ਪ੍ਰਸਿੱਧ ਗਣਿਤ ਵਿਗਿਆਨੀ ਰਾਮਾਨੁਜਨ। ਸ਼੍ਰੀਨਿਵਾਸ ਰਾਮਾਨੁਜਨ ਦਾ ਨਾਂ ਭਾਰਤ ਦੇ ਮਹਾਨ ਗਣਿਤ ਵਿਗਿਆਨੀਆਂ ਵਿੱਚੋਂ ਲਿਆ ਜਾਂਦਾ ਹੈ। ਗਣਿਤ ਦੇ ਖੇਤਰ ਵਿੱਚ ਉਸ ਦੀਆਂ ਬੇਮਿਸਾਲ ਉਪਲਬਧੀਆਂ ਹਨ। ਉਸ ਦੀਆਂ ਉਪਲਬਧੀਆਂ ਸਦਕਾ ਹੀ ਅੱਜ ਭਾਰਤ ਦੇ ਬੱਚੇ ਗਣਿਤ ਵਿੱਚ ਖੂਬ ਮੱਲਾਂ ਮਾਰ ਰਹੇ ਹਨ। ਸ਼੍ਰੀਨਿਵਾਸ ਰਾਮਾਨੁਜਨ ਦਾ ਜਨਮ 22 ਦਸੰਬਰ 1887 ਈਸਵੀ ਵਿੱਚ ਤਾਮਿਲਨਾਡੂ ਦੇ ਇੱਕ ਪਿੰਡ ਈਰੋਡ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਜੀ ਕੁੰਭਕੋਨਮ ਕਸਬੇ ਦੇ ਵਿੱਚ ਇੱਕ ਦੁਕਾਨ ਉੱਤੇ ਮੁਨੀਮੀ ਕਰਦੇ ਸਨ। ਉਸ ਦੀ ਮਾਂ ਇੱਕ ਘਰੇਲੂ ਔਰਤ ਸੀ। ਸਥਾਨਕ ਮੰਦਰ ਵਿੱਚ ਭਜਨ ਗਾਉਣਾ ਉਸ ਦਾ ਸ਼ੌਂਕ ਸੀ। ਉਸ ਦਾ ਪਰਿਵਾਰ ਆਰਥਿਕ ਪੱਖੋਂ ਟੁੱਟਿਆ ਹੋਇਆ ਸੀ। ਉੱਥੇ ਨਾ ਖਾਣ ਲਈ ਅੰਨ ਲੱਭਦਾ ਸੀ ਤੇ ਨਾ ਹੀ ਪਹਿਨਣ ਲਈ ਕੱਪੜੇ। ਉਹਨਾਂ ਦੇ ਨਾ ਤਾਂ ਕੋਈ ਜ਼ਮੀਨ ਜਾਇਦਾਦ ਸੀ ਤੇ ਨਾ ਹੀ ਗਹਿਣਾ ਗੱਟਾ। ਪਿਤਾ ਦੀ ਥੋੜ੍ਹੀ ਜਿਹੀ ਤਨਖਾਹ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਪਰ ਰਾਮਾਨੁਜਨ ਨੂੰ ਰੱਬ ਨੇ ਬੜੀ ਤੇਜ਼ ਬੁੱਧੀ ਪ੍ਰਦਾਨ ਕੀਤੀ ਸੀ। ਉਸ ਦੀ ਤੇਜ਼ ਬੁੱਧੀ ਦੀ ਪਹਿਚਾਣ ਉਦੋਂ ਹੋਈ ਜਦੋਂ 10 ਸਾਲਾਂ ਦੀ ਉਮਰ ਵਿੱਚ ਉਸਨੇ ਤਿਕੋਣਮਿਤੀ ਦੀ ਪੁਸਤਕ ਦੇ ਸਵਾਲ ਕੱਢਣ ਵਿੱਚ ਨਿਪੁੰਨਤਾ ਹਾਸਲ ਕਰ ਲਈ। ਘਰ ਦੀ ਤੰਗੀ ਦੇ ਬਾਵਜੂਦ ਵੀ ਰਾਮਾਨੁਜਨ ਨੂੰ ਸਕੂਲ ਪੜ੍ਹਨ ਭੇਜਿਆ ਗਿਆ। ਪਿੰਡ ਦੇ ਸਕੂਲ ਤੋਂ 2 ਜਮਾਤਾਂ ਪੜ੍ਹਨ ਪਿੱਛੋਂ ਉਹ ਸ਼ਹਿਰ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਿਆ। ਪ੍ਰਾਇਮਰੀ ਪਾਸ ਕਰਨ ਸਮੇਂ ਉਹ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ। ਸਕੂਲ ਵਿਭਾਗ ਨੇ ਉਸ ਨੂੰ ਵਜ਼ੀਫਾ ਲਗਾ ਦਿੱਤਾ। ਇਸ ਤਰ੍ਹਾਂ ਅਗਲੀ ਪੜ੍ਹਾਈ ਕਰਨ ਲਈ ਉਸ ਦਾ ਰਾਹ ਖੁੱਲ੍ਹ ਗਿਆ। ਰਾਮਾਨੁਜਨ ਹਰ ਸਮੇਂ ਸੋਚਾਂ ਵਿੱਚ ਹੀ ਡੁੱਬਿਆ ਰਹਿੰਦਾ। ਉਹ ਨਾ ਕਿਸੇ ਨਾਲ ਗੱਲਬਾਤ ਕਰਦਾ ਤੇ ਨਾ ਹੀ ਖੇਡਦਾ। ਬਸ ਸ਼ਾਂਤ ਚਿੱਤ ਹੋ ਕੇ ਚੁੱਪਚਾਪ ਬੈਠਾ ਰਹਿੰਦਾ। ਸ਼ੁਰੂ ਤੋਂ ਹੀ ਉਸ ਨੂੰ ਗਣਿਤ ਬੜਾ ਵਧੀਆ ਲੱਗਦਾ ਸੀ। ਉਹ ਵੱਡੀਆਂ ਜਮਾਤਾਂ ਦੇ ਸਵਾਲ ਵੀ ਮਿੰਟਾਂ ਸਕਿੰਟਾਂ ਵਿੱਚ ਹੱਲ ਕਰ ਦਿੰਦਾ ਸੀ। ਇਸ ਤਰ੍ਹਾਂ ਸਾਰੇ ਹੀ ਉਸ ਦੀ ਬੁੱਧੀ ਦੇ ਕਾਇਲ ਹੋ ਗਏ। 17 ਸਾਲਾਂ ਦੀ ਉਮਰ ਵਿੱਚ ਉਸਨੇ 10ਵੀਂ ਪਾਸ ਕਰ ਲਈ। ਇਸ ਤੋਂ ਬਾਅਦ ਉਹ ਸਰਕਾਰੀ ਕਾਲਜ ਵਿੱਚ ਦਾਖਲ ਹੋਇਆ। ਉਸ ਨੂੰ ਵਜ਼ੀਫਾ ਵੀ ਮਿਲਦਾ ਰਿਹਾ। ਰਾਮਾਨੁਜਨ ਦੀ ਗਣਿਤ ਵਿੱਚ ਦਿਲਚਸਪੀ ਹੋਣ ਕਰਕੇ ਉਹ ਕੇਵਲ ਗਣਿਤ ਦਾ ਵਿਸ਼ਾ ਹੀ ਪੜ੍ਹਦਾ। ਇਸ ਤਰ੍ਹਾਂ ਉਹ ਹੋਰ ਵਿਸ਼ਿਆਂ ਵਿੱਚ ਪਿੱਛੇ ਰਹਿ ਗਿਆ। ਉਸ ਦੀ ਇਹ ਅਣਗਹਿਲੀ ਉਦੋਂ ਸਾਹਮਣੇ ਆਈ ਜਦੋਂ ਉਸ ਨੂੰ ਹੋਰ ਵਿਸ਼ਿਆਂ ਵਿੱਚੋਂ ਬੜੇ ਹੀ ਘੱਟ ਨੰਬਰ ਆਏ। ਸੋ ਇਸ ਤਰ੍ਹਾਂ ਕਾਲਜ ਦੇ ਪਹਿਲੇ ਸਾਲ ਹੀ ਰਾਮਾਨੁਜਨ ਫੇਲ ਹੋ ਗਿਆ। ਫੇਲ ਹੋਣ ਨਾਲ ਉਸ ਦਾ ਵਜ਼ੀਫਾ ਵੀ ਬੰਦ ਹੋ ਗਿਆ। ਹੁਣ ਘਰੋਂ ਫੀਸਾਂ ਦੇਣ ਦੀ ਤਾਂ ਹਿੰਮਤ ਨਹੀਂ ਸੀ ਤੇ ਉਸ ਦੀ ਪੜ੍ਹਾਈ ਵੀ ਵਿਚਾਲੇ ਹੀ ਰਹਿ ਗਈ। ਰਾਮਾਨੁਜਨ ਸੜਕ 'ਤੇ ਆ ਗਿਆ। ਉਸ ਕੋਲ ਕਾਲਜ ਦਾ ਕੋਈ ਸਰਟੀਫਿਕੇਟ ਨਹੀਂ ਸੀ। ਤੇਜ਼ ਬੁੱਧੀ ਉਸ ਦੀ ਰੋਟੀ ਦਾ ਜੁਗਾੜ ਨਾ ਬਣਾ ਸਕੀ। ਉਹ ਥਾਂ-ਥਾਂ 'ਤੇ ਨੌਕਰੀ ਲੱਭਣ ਲੱਗਾ। ਆਪਣੇ ਨਾਲ ਉਹ ਗਣਿਤ ਦੇ ਹੱਲ ਕੀਤੇ ਹੋਏ ਸਵਾਲਾਂ ਦੀ ਕਾਪੀ ਵੀ ਲੈ ਜਾਂਦਾ। ਉਹ ਆਪਣੀ ਕਾਪੀ ਲੋਕਾਂ ਨੂੰ ਦਿਖਾਉਂਦਾ। ਲੋਕ ਉਸ ਦੀ ਬੁੱਧੀ ਤੋਂ ਹੈਰਾਨ ਹੋ ਜਾਂਦੇ, ਪਰ ਉਸ ਨੂੰ ਨੌਕਰੀ ਕਿਸੇ ਨੇ ਵੀ ਨਾ ਦਿੱਤੀ। ਉਸ ਦੇ ਦੋਸਤ ਉਸ ਦੀ ਸਹਾਇਤਾ ਕਰਨੀ ਚਾਹੁੰਦੇ ਸਨ। ਕਿਸੇ ਹਮਦਰਦ ਅਧਿਆਪਕ ਨੇ ਉਸ ਨੂੰ 25 ਰੁਪਏ ਮਹੀਨਾ ਤਨਖਾਹ ਉੱਤੇ ਉਸ ਨੂੰ ਇੱਕ ਕਲਰਕ ਦੀ ਨੌਕਰੀ ਦਿਵਾ ਦਿੱਤੀ। ਇਸ ਤਰ੍ਹਾਂ ਉਸ ਦੇ ਸਵੈਮਾਨ ਨੂੰ ਕੁਝ ਸਹਾਰਾ ਮਿਲਿਆ ਤੇ ਰੋਟੀ ਜੁੜਨ ਲੱਗੀ। ਹੁਣ ਤਾਂ ਉਹ ਕਾਲਜ ਦੇ ਮੁੰਡਿਆਂ ਨੂੰ ਗਣਿਤ ਦੀ ਕੋਚਿੰਗ ਵੀ ਦੇਣ ਲੱਗ ਪਿਆ ਸੀ। ਕਲਰਕ ਦੀ ਨੌਕਰੀ ਦੇ ਨਾਲ-ਨਾਲ ਉਹ ਆਪਣੀ ਯੋਗਤਾ ਨੂੰ ਹੋਰ ਵੀ ਵਧਾਉਣ ਲੱਗਾ। ਉਸ ਦੇ ਕੁਝ ਲੇਖ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਣ ਲੱਗੇ। ਇਹਨਾਂ ਲੇਖਾਂ ਤੇ ਸਵਾਲਾਂ ਦੇ ਛਪਣ ਨਾਲ ਰਾਮਾਨੁਜਨ ਦਾ ਕੰਮ ਲੋਕਾਂ ਦੀ ਨਿਗਾਹ ਵਿੱਚ ਆ ਗਿਆ। ਇਸ ਤਰ੍ਹਾਂ ਰਾਮਾਨੁਜਨ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਮਦਰਾਸ ਵਿਸ਼ਵ ਵਿਦਿਆਲੇ ਵਿੱਚ ਖੋਜ ਵਿਦਿਆਰਥੀ ਲਗਾ ਦਿੱਤਾ ਗਿਆ। ਉੱਥੇ ਉਸ ਨੂੰ 75 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਮਿਲਣ ਲੱਗਾ। ਉਸਨੇ ਕਲਰਕ ਦੀ ਨੌਕਰੀ ਛੱਡ ਦਿੱਤੀ। ਉਸਨੇ ਘਰ ਦੇ ਇੱਕ ਕੋਨੇ ਨੂੰ ਗਣਿਤ ਦੀ ਪ੍ਰਯੋਗਸ਼ਾਲਾ ਬਣਾ ਲਿਆ ਤੇ ਘਰ ਬੈਠ ਕੇ ਹੀ ਖੋਜਾਂ ਕਰਨ ਲੱਗਾ। ਹੁਣ ਉਸ ਨੂੰ ਨਾ ਖਾਣ ਦੀ ਸੁਰਤ ਰਹਿੰਦੀ ਤੇ ਨਾ ਹੀ ਪੀਣ ਦੀ। ਉਸਨੇ ਲਗਾਤਾਰ ਰਾਤ ਦਿਨ ਇੱਕ ਕਰਕੇ ਮਿਹਨਤ ਕੀਤੀ।
ਮਦਰਾਸ ਵਿਸ਼ਵਵਿਦਿਆਲੇ ਨੇ 2 ਸਾਲਾਂ ਲਈ ਉਸਨੂੰ 200 ਪੌਂਡ ਵਾਰਸ਼ਿਕ ਵਜ਼ੀਫਾ ਦੇਣਾ ਮੰਨ ਕੇ ਇੰਗਲੈਂਡ ਭੇਜ ਦਿੱਤਾ। ਉਸ ਦਾ ਇੰਗਲੈਂਡ ਆਉਣ ਜਾਣ ਦਾ ਖਰਚਾ ਵੀ ਉਸ ਨੂੰ ਮਿਲ ਗਿਆ। 1914 ਈਸਵੀ ਵਿੱਚ ਰਾਮਾਨੁਜਨ ਨੇ ਇੰਗਲੈਂਡ ਪਹੁੰਚ ਕੇ ਕੈਂਬਰਿਜ ਵਿਸ਼ਵਵਿਦਿਆਲੇ ਵਿੱਚ ਪ੍ਰੋਫੈਸਰ ਹਾਰਡੀ ਦੀ ਅਗਵਾਈ ਵਿੱਚ ਗਣਿਤ ਵਿੱਚ ਖੋਜ ਅਧਿਐਨ ਨੂੰ ਅੱਗੇ ਲਿਜਾਣ ਲਈ ਬਹੁਤ ਕਾਰਜ ਕੀਤੇ। ਇੰਗਲੈਂਡ ਰਹਿੰਦਿਆਂ ਉਸ ਨੂੰ ਅਨੇਕਾਂ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸ ਕੋਲ ਅੰਗਰੇਜ਼ੀ ਪਾਸ ਕਰਨ ਦੀ ਕੋਈ ਵੀ ਯੋਗਤਾ ਨਹੀਂ ਸੀ, ਜਿਸ ਕਰਕੇ ਉਹ ਇੰਗਲੈਂਡ ਦੇ ਸੱਭਿਆਚਾਰ ਨਾਲ ਇਕਸੁਰ ਨਾ ਹੋ ਸਕਿਆ। ਸਖਤ ਮਿਹਨਤ ਨੇ ਉਸ ਨੂੰ ਇੱਕ ਦਿਨ ਬਿਮਾਰ ਕਰ ਦਿੱਤਾ। ਉਸਨੇ ਸਲਾਹ ਬਣਾਈ ਕਿ ਉਹ ਭਾਰਤ ਵਾਪਸ ਮੁੜ ਜਾਵੇ। ਠੀਕ ਉਸੇ ਵਕਤ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਸੀ। ਸਮੁੰਦਰੀ ਜਹਾਜ਼ ਰਾਹੀਂ ਭਾਰਤ ਆਉਣਾ ਖਤਰੇ ਤੋਂ ਖਾਲੀ ਨਹੀਂ ਸੀ, ਕਿਉਂਕਿ ਸਮੁੰਦਰੀ ਜਹਾਜ਼ਾਂ ਦੇ ਡੁਬੋ ਦੇਣ ਦੀਆਂ ਖਬਰਾਂ ਵੀ ਨਿੱਤ ਮਿਲ ਰਹੀਆਂ ਸਨ। ਇਸ ਤਰ੍ਹਾਂ ਉਸ ਨੂੰ ਇੰਗਲੈਂਡ ਵਿਖੇ ਹੀ ਰੁਕਣਾ ਪਿਆ। ਉਸ ਦੀ ਮਿਹਨਤ ਅਤੇ ਲਗਨ ਦਾ ਫਲ ਉਸ ਨੂੰ ਉਦੋਂ ਮਿਲਿਆ ਜਦੋਂ 30 ਸਾਲਾਂ ਦਾ ਰਾਮਾਨੁਜਨ ਰਾਈਟਰਜ਼ ਸੁਸਾਇਟੀ ਦਾ ਮੈਂਬਰ ਬਣ ਗਿਆ। ਇਸ ਦੇ ਨਾਲ ਹੀ ਉਸ ਨੂੰ ਕੈਂਬਰਿਜ ਕਾਲਜ ਦਾ ਮੈਂਬਰ ਚੁਣ ਲਿਆ ਗਿਆ। ਅਜਿਹਾ ਮਾਣ ਸ਼ਾਇਦ ਪਹਿਲੀ ਵਾਰ ਕਿਸੇ ਭਾਰਤੀ ਵਿਗਿਆਨੀ ਨੂੰ ਮਿਲਿਆ ਸੀ। ਸਖਤ ਘਾਲਣਾ ਕਰਕੇ ਰਾਮਾਨੁਜਨ ਦੀ ਸਿਹਤ ਦਿਨੋਂ ਦਿਨ ਵਿਗੜ ਰਹੀ ਸੀ। ਉਧਰ ਇੰਗਲੈਂਡ ਦੀ ਤਾਬੜਤੋੜ ਠੰਡ ਨੇ ਉਸ ਦਾ ਵੱਸ ਨਾ ਚੱਲਣ ਦਿੱਤਾ। ਉਸ ਨੂੰ ਟੀਬੀ ਦੀ ਬਿਮਾਰੀ ਹੋ ਗਈ। ਉਸ ਦੇ ਸਰੀਰ ਵਿੱਚ ਵਿਟਾਮਿਨਾਂ ਦੀ ਘਾਟ ਆ ਗਈ। ਅਖੀਰ 29 ਮਾਰਚ 1919 ਨੂੰ ਉਹ ਭਾਰਤ ਵਾਪਸ ਮੁੜ ਆਇਆ। ਹੁਣ ਉਸ ਦਾ ਸਰੀਰ ਬਸ ਇੱਕ ਹੱਡੀਆਂ ਦਾ ਢਾਂਚਾ ਬਣ ਕੇ ਰਹਿ ਗਿਆ ਸੀ। ਬੰਬਈ ਤੋਂ ਉਸ ਨੂੰ ਮਦਰਾਸ ਲਿਜਾਇਆ ਗਿਆ। ਅੰਤ ਵਿੱਚ 26 ਅਪ੍ਰੈਲ 1919 ਨੂੰ ਰਾਮਾਨੁਜਨ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਅੱਜ ਵੀ ਤਾਮਿਲਨਾਡੂ ਵਿੱਚ ਉਸ ਦਾ ਜਨਮ ਦਿਨ ਪ੍ਰਾਂਤਕ ਪੱਧਰ ਤੇ ਮਨਾਇਆ ਜਾਂਦਾ ਹੈ। ਉਸ ਦਿਨ ਉਸ ਦੇ ਵਿਅਕਤੀਤਵ ਅਤੇ ਉਸ ਦੀਆਂ ਖੋਜਾਂ ਨੂੰ ਯਾਦ ਕੀਤਾ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਖੋਜੀ ਇਸ ਵਿੱਚ ਭਾਗ ਲੈਂਦੇ ਹਨ। 32 ਸਾਲਾਂ ਤੋਂ ਛੋਟੇ ਗਣਿਤ ਵਿਗਿਆਨੀ ਨੂੰ ਰਾਮਾਨੁਜਨ ਦੇ ਨਾਂ ਤੇ ਇੱਕ ਸਨਮਾਨ ਦਿੱਤਾ ਜਾਂਦਾ ਹੈ। ਗਣਿਤ ਵਿਸ਼ੇ ਦੇ ਵਿਦਿਆਰਥੀ ਅੱਜ ਵੀ ਸ਼੍ਰੀ ਨਿਵਾਸ ਰਾਮਾਨੁਜਨ ਦੇ ਖੋਜ ਕੰਮਾਂ ਤੋਂ ਲਾਭ ਉਠਾ ਰਹੇ ਹਨ। ਅਜਿਹੇ ਲਾਸਾਨੀ ਪ੍ਰਤਿਭਾ ਦੇ ਮਾਲਕ ਕਦੇ-ਕਦੇ ਹੀ ਇਸ ਧਰਤੀ ਉੱਤੇ ਜਨਮ ਲੈਂਦੇ ਹਨ।